ANB ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਹੀ ਇੱਕ ਸਿਆਸਤ ਦੇ ਵਿੱਚ ਵੱਡੀ ਹਿਲਜੁਲ ਹੋਈ ਹੈ। ਉਹ ਹਿਲਜੁਲ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਤੋਂ ਬਿਨਾਂ ਸ਼ਰਤ, ਬਿਨਾਂ ਦਲੀਲ, ਬਿਨਾਂ ਅਪੀਲ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਾਥ ਦਿੱਤਾ ਸੀ, ਸਹਿਯੋਗ ਦਿੱਤਾ ਸੀ। ਉਹ ਜਿਹੜਾ ਸਫ਼ਰ 1996 ਤੋਂ ਸ਼ੁਰੂ ਹੋਇਆ ਸੀ ਉਹ 2020 ਚ ਆ ਕੇ ਟੁੱਟ ਗਿਆ। ਔਰ ਇਹ ਸਫ਼ਰ ਪ੍ਰਕਾਸ਼ ਸਿੰਘ ਬਾਦਲ ਔਰ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਵਿਚਕਾਰ ਸ਼ੁਰੂ ਹੋਇਆ ਸੀ ਤੇ ਅੱਜ ਉਹ ਨਰਿੰਦਰ ਮੋਦੀ ਤੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਯਾਰੀ ਆ ਸਿਆਸੀ ਤੌਰ ਤੇ ਉਹ ਨਹੀਂ ਨਿਭੀ। ਮਸਲਾ ਪੰਜਾਬ ਦੇ ਵਿੱਚ ਕਿਸਾਨਾਂ ਦਾ, ਖੇਤੀ ਦਾ, ਪਹਿਚਾਣ ਹੀ ਪੰਜਾਬ ਦੀ ਖੇਤੀ ਤੋਂ ਹੈ। ਭਾਰਤੀ ਜਨਤਾ ਪਾਰਟੀ ਕੋਲ ਇੱਕੋ ਇੱਕ ਮਿਨੋਰਟੀ ਜਮਾਤ ਸੀ, ਉਹ ਸੀ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਜਿਹੜੀ ਮਿਨੋਰਟੀ ਜਮਾਤ ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਤੇ ਦਾਅਵਾ ਵੀ ਕਰ ਰਹੀ ਆ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਪਣੇ ਸ਼ਿਵ ਸੈਨਾ ਵਾਲੇ ਭੱਜ ਗਏ ਨੇ ਤੇ ਹੁਣ ਮਿਨੋਰਟੀ ਜਮਾਤ ਵੀ ਦਾ ਨਾਤਾ ਉਹ ਟੁੱਟ ਗਿਆ। ਇਹਦੇ ਪੰਜਾਬ ਦੇ ਹੀ ਤੇ ਦੇਸ਼ ਦੀ ਸਿਆਸਤ ਦੇ ਵਿੱਚ ਕੀ ਮਾਇਨੇ ਕੱਢੇ ਜਾਣਗੇ, ਕੀ ਪ੍ਰਭਾਵ ਪਏਗਾ, ਇਹ ਸਭ ਕੁਝ ਸਮਝਣ ਵਾਸਤੇ ਸਾਡੇ ਨਾਲ ਨੇ ਬਹੁਤ ਹੀ ਸੀਨੀਅਰ ਪੱਤਰਕਾਰ ਅਤੇ ਲੇਖਕ ਸ਼੍ਰੀ ਜਗਤਾਰ ਸਿੰਘ ਭਾਈ। ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਭਾਈ। ਕਿਵੇਂ ਤੋਂ ਵੇਖਦੇ ਕਿ ਜਿਹੜੀ ਆ ਯਾਰੀ ਟੁੱਟੀ ਆ? ਕਈ ਕਹਿੰਦੇ ਕਿ ਬੋਝ ਸੀ ਭਾਰਤੀ ਜਨਤਾ ਪਾਰਟੀ ਤੇ, ਜਾਂ ਅਕਾਲੀ ਦਲ ਕਮਜ਼ੋਰ ਹੋ ਗਿਆ ਤੇ ਬੀਜੇਪੀ ਉੱਥੇ ਮਜ਼ਬੂਤ ਸੀ। ਜਦ ਜ਼ਮਾਨਾ ਸੀ ਕਿ ਬੀਜੇਪੀ ਉੱਥੇ ਕਮਜ਼ੋਰ ਸੀ ਤੇ ਇੱਥੇ ਅਕਾਲੀ ਦਲ ਮਜ਼ਬੂਤ ਸੀ। ਮੈਂ ਥੋੜਾ ਜਿਹਾ ਪਿੱਛੇ ਚੱਲੂੰਗਾ ਜੀ। 1998 ਦੇ ਅਖੀਰਲੇ ਦਿਨਾਂ 'ਚ ਆ ਕੇ ਜੀ ਗੁਰਚਰਨ ਸਿੰਘ ਟੌਹੜਾ ਨੂੰ ਮੈਂ ਇੰਟਰਵਿਊ ਕੀਤੀ ਹੈ। ਜੀ ਜੀ ਮੈਂ ਇੰਡੀਅਨ ਐਕਸਪ੍ਰੈਸ ਹੁੰਦਾ ਸੀ ਉਦੋਂ। ਬਿਲਕੁਲ। ਤੇ ਉਹ ਕਹਿੰਦੇ ਵੀ ਸਾਡੇ ਵਾਸਤੇ ਬੀਜੇਪੀ ਤੇ ਕਾਂਗਰਸ 'ਚ ਕੋਈ ਫਰਕ ਨਹੀਂ ਜੀ। ਕਹਿੰਦਾ ਜਿਹੜਾ ਤਜਰਬਾ ਇਹਨਾਂ ਦਿਨਾਂ 'ਚ ਹੋਇਆ ਹੈ ਵਾਜਪਾਈ ਨਾਲ, ਜੀ ਕਹਿੰਦਾ ਮੈਂ ਤਾਂ ਫਿਰ ਵਾਪਸ ਉੱਥੇ ਹੀ ਪਹੁੰਚ ਗਿਆ ਕਿ ਸਾਨੂੰ ਤਾਂ ਕੁਝ ਫਰਕ ਹੀ ਨਹੀਂ ਪੈਂਦਾ ਜੀ ਇਸ ਅਲਾਇੰਸ ਦਾ। ਜਿਵੇਂ ਕਾਂਗਰਸ ਟ੍ਰੀਟ ਕਰਦੀ ਸੀ ਉਹੀ ਸਾਡੀ ਹਾਲਤ ਕਹਿੰਦੇ ਵੀ ਹੋਣਾ ਇਹਨਾਂ ਦੇ ਨਾਲ ਹੈ। ਜੀ। ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਬੇਟੇ ਨੂੰ ਇੰਨੇ ਸਾਲ ਕਿਉਂ ਲੱਗ ਗਏ ਇਹ ਗੱਲ ਸਮਝਣ ਤੇ? ਹੁਣ ਇਹ ਵੀ ਉਹੀ ਗੱਲ ਕਹਿ ਰਹੇ ਹੈ ਜਿਹੜੀ ਇਹਨਾਂ ਦੀ ਕੱਲ ਸਟੇਟਮੈਂਟ ਆਈ ਹੈ। ਉਹਦੇ ਤੁਸੀਂ ਜੇ ਧਿਆਨ ਨਾਲ ਪੜ੍ਹੋ ਤੇ ਇਹੀ ਗੱਲ ਝਲਕਦੀ ਹੈ। ਬਿਲਕੁਲ ਜੀ। 1998 ਤੋਂ ਬਾਅਦ 2020 ਜੀ 22 ਸਾਲ ਲੱਗ ਗਏ ਇਹਨਾਂ ਨੂੰ ਉਹੀ ਗੱਲ ਕਹਿਣ ਦੇ ਵਿੱਚ ਜਿਹੜੀ ਗੁਰਚਰਨ ਸਿੰਘ ਟੌਹੜਾ ਨੇ ਉਸ ਵੇਲੇ ਕੀਤੀ ਸੀ। ਇਹ ਜਿਹੜਾ ਸਮਝੌਤਾ ਗੱਠਜੋੜ ਆ ਇਹ ਦਿਖਾਵੇ ਵਾਲਾ ਲਿਆ ਜਾਂ ਮੌਕਾ ਪ੍ਰਸਤ ਹੋਇਆ? ਸਿਆਸਤ ਦੇ ਵਿੱਚ ਮੌਕਾ ਪ੍ਰਸਤੀ ਮੈਂ ਨਹੀਂ ਕਹਿੰਦਾ ਹੁੰਦਾ, ਲੌਜਿਕ ਹੁੰਦਾ। ਸਿਚੁਏਸ਼ਨ ਜਿਹੜੀ ਹੁੰਦੀ ਹੈ ਉਹਦੇ 'ਚ ਆਪਣੀ ਸਿਆਸਤ ਕਿਵੇਂ ਕਰਨੀ ਹੈ ਉਹਨੂੰ ਤੁਸੀਂ ਮੌਕਾ ਪ੍ਰਸਤੀ ਕਹਿ ਲਓ, ਜੋ ਮਰਜ਼ੀ ਕਹਿ ਲਓ। ਲੇਕਿਨ ਜਿਹੜਾ ਇਹ 9 ਮਾਸ ਦਾ ਰਿਸ਼ਤਾ ਕਹਿੰਦੇ ਸੀ ਨਾ, ਮੈਂ ਉਹਦੇ ਨਾਲ ਸਹਿਮਤ ਨਹੀਂ ਹੈ। ਰਿਸ਼ਤਾ 9 ਮਾਸ ਦਾ ਕਦੇ ਵੀ ਨਹੀਂ ਸੀ। ਇਹ ਸਿੰਪਲ ਇੱਕ ਸਿਆਸਤ ਸੀ। ਦੋਵਾਂ ਪਾਰਟੀਆਂ ਨੇ ਮੌਕੇ ਦਾ ਫਾਇਦਾ ਉਠਾਇਆ। ਇਹ 9 ਤੇ ਮਾਸ ਨਹੀਂ ਸੀ ਇਕੱਠੇ ਹੋਏ, ਹਿੰਦੂ ਸਿੱਖ ਇਹ ਰਿਸ਼ਤਾ ਬਣਿਆ ਸੀ। ਥਿੰਕਿੰਗ ਉਸ ਵੇਲੇ ਇਹ ਸੀ ਕਿ ਜੇ ਹਿੰਦੂ ਤੇ ਸਿੱਖ ਪੰਜਾਬ ਦੇ ਇਕੱਠੇ ਹੋ ਜਾਣ ਇਹਨਾਂ ਨੂੰ ਕੋਈ ਹੋਰ ਪਾਰਟੀ ਹਰਾ ਨਹੀਂ ਸਕਦੀ। ਔਰ ਇਹਨਾਂ ਨੂੰ ਸੀ ਕਿ ਹਿੰਦੂਆਂ ਦੀ ਨੁਮਾਇੰਦਗੀ ਬੀਜੇਪੀ ਕਰਦੀ ਹੈ ਔਰ ਸਿੱਖਾਂ ਦੀ ਵਾਕਈ ਉਸ ਵੇਲੇ ਅਕਾਲੀ ਦਲ ਕਰਦਾ ਸੀ। ਇਹ ਵਿਚਲੀ ਗੱਲ ਸੀ। ਇਹ ਵਿਚਲੀ ਗੱਲ ਸੀ ਕਿ ਸਾਨੂੰ ਕੋਈ ਹਰਾਵੇ ਨਾ ਤੇ ਇਕੱਠੇ ਹੋ ਜਾਓ। ਇਕੱਠੇ ਹੋ ਜੀ। ਹੋਇਆ ਇਹ ਕਿ 99 ਦੀ ਲੋਕ ਸਭਾ ਇਲੈਕਸ਼ਨ 'ਚ ਅਕਾਲੀ ਦਲ ਹਾਰ ਕੇ ਸਫਾਈ ਹੋ ਗਈ। ਬਿਲਕੁਲ। 21 ਸੀਟ ਆਈ। ਜੀ। ਸੋ ਉਹ ਵਹਿਮ ਨਿਕਲ ਗਿਆ ਕਿ ਅਸੀਂ ਇਨਵਿੰਸੀਬਲ ਹੈ। ਉਸ ਤੋਂ ਬਾਅਦ ਇਹ ਸਿਆਸਤ ਇਸ ਤਰ੍ਹਾਂ ਹੀ ਚੱਲੀ ਗਈ ਇਹਨਾਂ ਦੀ। ਇਹਨਾਂ ਨੂੰ ਇਹ ਲੱਗਿਆ ਵੀ ਹੁਣ ਸਾਡਾ ਗੁਜ਼ਾਰਾ ਹਿੰਦੂ ਵੋਟ ਤੋਂ ਬਿਨਾਂ ਨਹੀਂ ਹੈ। ਜਿੰਨੀਆਂ ਸੀਟਾਂ ਆਉਣਗੀਆਂ ਇਹਨਾਂ ਦੇ ਸਿਰ 'ਤੇ ਆਉਣਗੀਆਂ। ਹੁਣ ਜਦੋਂ ਬੀਜੇਪੀ ਅਕਾਲੀ ਦਲ ਅਲੱਗ ਹੋ ਗਿਆ, ਬੀਜੇਪੀ ਦੀ ਸੀਟ ਆਪਣੇ ਆਪ ਦੇ ਵਿੱਚ ਆਉਣੀ ਬੜੀ ਮੁਸ਼ਕਲ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਬੀਜੇਪੀ ਕਦੇ ਉਸ ਢੰਗ ਨਾਲ ਇਲੈਕਟੋਰਲੀ ਆਪਣੇ ਆਪ ਦੇ ਵਿੱਚ ਮੈਟਰ ਨਹੀਂ ਕਰਦੀ ਸੀ। ਜੇ ਪੁਰਾਣਾ ਇਤਿਹਾਸ ਚੱਕੀਏ ਸਾਰਾ, ਪੰਜਾਬ ਦੇ ਹਿੰਦੂ ਦੀ ਜਿਹੜੇ ਵਿਊਜ਼ ਸੀ ਉਹ ਕਾਂਗਰਸ ਆਰਟੀਕੂਲੇਟ ਕਰਦੀ ਰਹੀ ਹੈ। ਪੰਜਾਬ ਦੇ ਵਿੱਚ ਕਾਂਗਰਸ ਹਿੰਦੂ ਪਾਰਟੀ ਸੀ ਓਵਰ ਦੀ ਈਅਰਸ। ਬੀਜੇਪੀ ਨੇ ਤਾਂ ਕਦੇ ਬੇਸ ਹੀ ਕੋਈ ਨਹੀਂ ਸੀ। ਇਹ ਤਾਂ ਅਕਾਲੀਆਂ ਕਰਕੇ ਇਹ ਸੀਟਾਂ ਲੈ ਜਾਂਦੇ ਸੀਗੇ। ਹੁਣ ਇਹਨਾਂ ਦੀਆਂ ਵੀ ਨਹੀਂ ਆਉਣੀਆਂ। ਪਰ ਮੈਨੂੰ ਹੁਣ ਇਹ ਲੱਗਦਾ ਕਿ ਦਿੱਲੀ ਵਾਲਿਆਂ ਨੂੰ ਇਹ ਮੈਟਰ ਹੀ ਨਹੀਂ ਕਰਦਾ ਕਿ ਪੰਜਾਬ ਵਿੱਚ ਬੀਜੇਪੀ ਦੀਆਂ ਕਿੰਨੀ ਸੀਟਾਂ ਆਉਣਗੀਆਂ। ਉਹਨਾਂ ਨੂੰ ਬਸ ਕੋਈ ਮੈਟਰ ਨਹੀਂ ਕਰਦਾ। ਅਕਾਲੀ ਦਲ ਨੇ ਜਿਹੜਾ ਇੱਕਦਮ ਯੂ ਟਰਨ ਲਿਆ ਜੀ, ਪਹਿਲਾਂ ਹਮਾਇਤ ਕਰਦੇ ਹੁਣ ਕਹਿੰਦੇ ਬਿੱਲ ਮਾੜੇ ਨੇ, ਸਭ ਕੁਝ ਮਾੜਾ। ਹੁਣ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਇਤਿਹਾਸ ਚੇਤਾ ਆ ਗਿਆ। ਉਹ ਕਹਿ ਰਹੇ ਨੇ ਕਿ ਅਸੀਂ ਸਿੱਖੀ ਦੀ ਗੱਲ ਕਰਾਂਗੇ, ਅਸੀਂ ਪੰਜਾਬ ਦੀ ਗੱਲ ਕਰਾਂਗੇ, ਅਸੀਂ ਫੈਡਰਲ ਢਾਂਚੇ ਦੀ ਗੱਲ ਕਰਾਂਗੇ, ਪੰਜਾਬੀ ਬੋਲੀ ਦੀ ਗੱਲ ਕਰਾਂਗੇ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਾਂਗੇ ਜੀ। ਇਹਨਾਂ ਨੂੰ ਇਹ ਏਜੰਡਾ ਸਰਕਾਰ 'ਚੋਂ ਬਾਹਰ ਆਉਣ 'ਤੇ ਹੀ ਕਿਉਂ ਚੇਤੇ ਆ ਜਾਂਦਾ?
ਜਦੋਂ ਅਕਾਲੀ ਦਲ ਸੱਤਾ ਚੋਂ ਬਾਹਰ ਹੁੰਦਾ ਹੈ, ਹੁਣ ਇਹ ਸੱਤਾ ਚੋਂ ਬਾਹਰ ਹੋਏ ਹੈ। ਜੀ ਮੈਂ ਇਹਨਾਂ ਨੂੰ ਕਦੇ ਆਪੋਜੀਸ਼ਨ ਪਾਰਟੀ ਨਹੀਂ ਸੀ ਮੰਨਿਆ, ਇਸੇ ਕਰਕੇ ਕਿਉਂਕਿ ਕੇਂਦਰ ਦੇ ਵਿੱਚ ਸੱਤਾ 'ਚ ਭਾਈਵਾਲ ਸੀ। ਜੀ ਹੁਣ ਪੰਜਾਬ 'ਚ ਰਹੇ ਹੀ ਨਹੀਂ, ਕੇਂਦਰ 'ਚੋਂ ਵੀ ਬਾਹਰ ਆ ਗਏ। ਹੁਣ ਸਡਨਲੀ ਇਹਨਾਂ ਨੂੰ ਪੁਰਾਣੇ ਏਜੰਡੇ ਕਿਵੇਂ ਯਾਦ ਆ ਗਏ? ਜੀ ਇਹਨਾਂ ਦੇ ਮਤਲਬ ਹਾਰਡ ਡਿਸਕ ਬੜੀ ਕਮਾਲ ਦੀ ਹੈ। ਜਦੋਂ ਇਹ ਪਾਵਰ 'ਚ ਆਉਂਦੇ ਹੈ ਉਹ ਤੋਂ ਸਾਰਾ ਕੁਝ ਡਿਲੀਟ ਹੋ ਜਾਂਦਾ ਇਹਨਾਂ ਦਾ। ਜਦੋਂ ਪਾਵਰ 'ਚ ਬਾਹਰ ਆ ਜਾਂਦੇ ਹੈ ਉਹ ਰਿਕਵਰ ਹੋ ਜਾਂਦੀ ਸਾਰੀ ਮੈਮਰੀ। ਇਹ ਚੀਜ਼ਾਂ ਲੋਕੀ ਐਕਸੈਪਟ ਕਰ ਲੈਣਗੇ ਜੀ? ਇਹ ਤਾਂ ਜਵਾਬ ਲੋਕ ਦੇ ਸਕਦੇ ਆ। ਅਸੀਂ ਤਾਂ ਸਿਰਫ ਇਤਿਹਾਸ ਦੱਸ ਸਕਦੇ ਹਾਂ ਕਿ ਪਿੱਛੇ ਲਗਾਤਾਰ ਇਹਨਾਂ ਨੇ ਕੀ ਲੋਕਾਂ ਨਾਲ ਵਾਅਦੇ ਕੀਤੇ, ਕਿਹੋ ਜਿਹੀ ਸਿਆਸਤ ਕੀਤੀ, ਤੇ ਹੁਣ ਕੀ ਸਡਨਲੀ ਕੀ ਹੋ ਗਿਆ। ਕਿਉਂਕਿ ਮੈਨੂੰ ਫਿਰ ਦੁਹਰਾਉਣਾ ਪੈਂਦਾ ਹੈ ਕਿ ਆਰਡੀਨੈਂਸ ਇਸ਼ੂ ਹੋਣ ਤੋਂ ਬਾਅਦ ਜਿਸ ਢੰਗ ਨਾਲ ਬਾਦਲ ਪਰਿਵਾਰ ਨੇ ਇਹਨਾਂ ਦੀ ਹਮਾਇਤ ਕੀਤੀ ਤੇ ਕਿਹਾ ਵੀ ਕਿਸਾਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਗੁੰਮਰਾਹ ਕਰ ਰਹੇ ਹੈ, ਕਿ ਹੁਣ ਇਹ ਵੀ ਕੈਪਟਨ ਅਮਰਿੰਦਰ ਸਿੰਘ ਤੋਂ ਗੁੰਮਰਾਹ ਹੋ ਗਏ। ਜੇ ਇਹ ਕਹਿੰਦੇ ਵੀ ਅਸੀਂ ਸਮਝਾ ਨਹੀਂ ਸਕੇ ਬੀਜੇਪੀ ਨੂੰ, ਤੇ ਉਸ ਵੇਲੇ ਲੋਕਾਂ ਨੂੰ ਕਹਿੰਦੇ ਜਦੋਂ ਹਰਸਿਮਰਤ ਕੌਰ ਬਾਦਲ ਨੇ ਇੱਕੋ ਦਿਨ 3 ਇੰਟਰਵਿਊ ਟੀਵੀ ਚੈਨਲ ਨੂੰ ਦਿੱਤੇ ਸੀ ਤੇ ਠੋਕ ਕੇ ਹਮਾਇਤ ਕੀਤੀ ਸੀ, ਤੇ ਉਸ ਤੋਂ ਬਾਅਦ ਅਗਲੇ ਦਿਨ ਸੁਖਬੀਰ ਸਿੰਘ ਬਾਦਲ ਨੇ ਉਹੀ ਲਾਈਨ ਲੈ ਕੇ ਹਮਾਇਤ ਕੀਤੀ ਸੀ। ਜਦੋਂ ਕਿਸਾਨ ਅੰਦੋਲਨ ਹੋਰ ਮੱਗ ਗਿਆ, ਇਹਨਾਂ ਨੂੰ ਲੱਗਿਆ ਵੀ ਸਾਡੀ ਤਾਂ ਕੋਈ ਸੁਣ ਹੀ ਨਹੀਂ ਰਿਹਾ, ਫਿਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਵੀ ਲਿਆਏ, ਉਹਨਾਂ ਨੂੰ ਵੀ ਰੋਲਤਾ ਇਹਨਾਂ ਨੇ ਉਸੇ ਸਿਆਸਤ ਦੇ ਵਿੱਚ। ਫਿਰ ਉਹ ਵੀ ਜਿਹੜਾ ਬ੍ਰਹਮ ਅਸਤਰ ਹੀ ਉਹ ਫੋਕਾ ਚਲਾਤਾ, ਉਹ ਫੋਕਾ ਰਹਿ ਗਿਆ ਵੀ ਇਸ ਉਮਰ 'ਚ ਆ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀਂ ਕਿਉਂ ਰੋਲ ਰਹੇ ਹੋ। ਉਹ ਵੀ ਉਹੀ ਬੋਲੀ ਬੋਲ ਗਏ। ਹੁਣ ਇਹ ਗੱਲਾਂ ਹੋਰ ਕਰ ਰਹੇ ਆ। ਇਹ ਲੋਕਾਂ ਨੇ ਫੈਸਲਾ ਕਰਨਾ ਵੀ ਇਹਨਾਂ ਦੇ ਵਿਸ਼ਵਾਸ ਕੀਤਾ ਜਾ ਸਕਦਾ ਕਿ ਨਹੀਂ ਕੀਤਾ ਜਾ ਸਕਦਾ। ਜਿਹੜਾ ਬੀਜੇਪੀ ਹੈ, ਕਿਉਂਕਿ ਬੀਜੇਪੀ ਨੂੰ 303 ਸੀਟਾਂ ਨੂੰ ਲੱਗਦਾ ਕਿ ਉਹ ਜ਼ਮਾਨਾ ਸੀ ਅਸੀਂ 2 ਤੋਂ ਸਫ਼ਰ ਕੀਤਾ, ਹੁਣ ਅਸੀਂ 300 ਤੱਕ ਪਹੁੰਚ ਗਏ। ਤਾਂ ਲੱਗਦਾ ਕਿ ਉਹਨਾਂ ਨੂੰ ਹੁਣ ਭਾਈਵਾਲਾਂ ਦੀ ਲੋੜ ਨਹੀਂ ਹੈਗੀ। ਜਿਹੜਾ ਇੱਕ ਗੱਠਜੋੜ ਵਾਲਾ ਧਰਮ ਹੁੰਦਾ ਉਹਨਾਂ ਨਿਭਾਇਆ ਨਹੀਂ। ਅਗਰ ਲੱਗਦਾ ਕਿ ਅਸੀਂ ਮਜ਼ਬੂਤ ਆ, ਅਗਲੀ ਸਰਕਾਰ ਵੀ ਸਾਡੀ ਵੱਟ ਤੇ ਪਈ ਹੈ। ਨਹੀਂ, ਬਿਲਕੁਲ ਠੀਕ ਆ। ਉਹਨਾਂ ਦੀ ਕੈਲਕੂਲੇਸ਼ਨ ਦੇ ਵਿੱਚ ਅਕਾਲੀ ਹੁਣ ਮੈਟਰ ਨਹੀਂ ਕਰਦੇ। ਮੈਂ ਹੋਰ ਜ਼ਿਆਦਾ ਅਕਾਲੀਆਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਅਕਾਲੀ ਦਲ ਤੇ ਹੁਣ ਬਾਦਲ ਫੈਮਿਲੀ 'ਚ ਬਹੁਤਾ ਫਰਕ ਪਾਉਂਦਾ ਨਹੀਂ। ਜੀ ਜਦੋਂ ਉਹਨਾਂ ਨੂੰ ਲੱਗਿਆ ਕਿ ਹੁਣ ਇਹ ਲਾਇਬਿਲਿਟੀ ਬਣ ਚੁੱਕੀ ਹੈ, ਤੇ ਮੇਰਾ ਖਿਆਲ ਕਾਫੀ ਦੇਰ ਤੋਂ ਉਹ ਪਿੱਛੇ ਹਟਣੇ ਸ਼ੁਰੂ ਹੋ ਗਏ ਸੀ। ਜੇ ਇਹ ਪਿੱਛੇ ਹਟਣੇ ਨਾ ਸ਼ੁਰੂ ਹੁੰਦੇ ਤਾਂ ਮੇਰੇ ਖਿਆਲ ਦੇ ਵਿੱਚ ਜਦੋਂ ਇਹ ਕ੍ਰਾਈਸਿਸ ਡਿਵੈਲਪ ਹੋ ਰਹੀ ਸੀਗੀ ਅਕਾਲੀ ਦਲ ਤੇ ਬੀਜੇਪੀ ਦੀ, ਘੱਟੋ ਘੱਟ ਇੱਕ ਵਾਰ ਤਾਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਇਹਨਾਂ ਨਾਲ ਗੱਲ ਕਰਦੇ। ਹੁਣ ਜਿਸ ਢੰਗ ਨਾਲ ਇਹ ਤਾਰੀਫ ਕਰਦੇ ਰਹੇ ਮੋਦੀ ਸਾਹਿਬ ਦੀ ਪਰਸਨਲੀ, ਮੈਨੂੰ ਯਾਦ ਹੈ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਬਾਦਲ ਵੀ ਉਹਨਾਂ ਨੂੰ ਸਰਦਾਰ ਕਹਿ ਕੇ ਆਏ ਗੁਜਰਾਤ ਦੇ ਵਿੱਚ। ਮੈਂ ਹੋਰ ਅੱਗੇ ਚੱਲਦਾ ਜੀ, ਹੁਸ਼ਿਆਰਪੁਰ ਮੀਟਿੰਗ ਸੀਗੀ ਮੋਦੀ ਸਾਹਿਬ ਦੀ। ਜਦੋਂ ਮੀਟਿੰਗ ਬਾਦਲ ਸਾਹਿਬ ਐਡਰੈਸ ਕਰਕੇ ਖਤਮ ਹੋਏ, ਇਹਨਾਂ ਨੇ ਉਵੇਂ ਮੋਦੀ 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 ਉਵੇਂ ਕਹਿਣਾ ਸ਼ੁਰੂ ਕੀਤਾ ਜਿਵੇਂ ਸਧਾਰਨ ਬੀਜੇਪੀ ਦੇ ਵਰਕਰ ਕਰਦੇ ਹੁੰਦੇ ਸੀ। ਮੈਨੂੰ ਬੜੀ ਅਜੀਬ ਲੱਗਿਆ ਕਿ ਇਹਨਾਂ ਸੀਨੀਅਰ ਲੀਡਰ ਇਹ ਕੀ ਕਰ ਰਹੇ ਹੈ। ਸੋ ਆਪਾਂ ਉਸ ਬੈਕਗਰਾਊਂਡ 'ਚ ਇਹਨਾਂ ਦਾ ਇਹ ਰਿਸ਼ਤਾ ਦੇਖੀਏ ਮੋਦੀ ਸਾਹਿਬ ਨਾਲ। ਜਿਸ ਲੀਡਰ ਦੀ ਇਹ ਇੰਨੀ ਤਾਰੀਫ ਕਰ ਰਹੇ ਸੀਗੇ, ਉਹਨੂੰ ਮੇਰੇ ਖਿਆਲ 'ਚ ਇਹਨਾਂ ਦੀ ਸਮਝ ਆ ਗਈ ਸੀ ਵੀ ਇਹ ਕਿੰਨੇ ਪਾਣੀ 'ਚ ਹੈ। ਮਤਲਬ ਜਿਹੜੇ ਉਹਨਾਂ ਨੇ ਸੋਲੇ ਗਾਏ ਸੀ, ਉਹ ਬਹੁਤ ਸਿਆਣਾ ਲੀਡਰ ਹੈ ਨਰਿੰਦਰ ਮੋਦੀ। ਉਹ ਕਹਿੰਦਾ ਕਿ ਮੈਨੂੰ ਬਟਲਿੰਗ ਦੀ ਜਾਂ ਚਮਚੇਗਿਰੀ ਦੀ ਜ਼ਰੂਰਤ ਨਹੀਂ, ਮੈਨੂੰ ਤਾਂ ਕੰਮ ਚਾਹੀਦਾ। ਉਹ ਨਹੀਂ, ਉਹ ਤਾਂ ਮਹਿਕਮਾ ਨਹੀਂ ਦਿੱਤਾ। ਮਹਿਕਮਾ ਨੇ ਦਿੱਤਾ। ਜੇ ਆਪਾਂ ਉਸ ਢੰਗ ਨਾਲ ਦੇਖੀਏ, ਤੇ ਜਦੋਂ ਇਹਨਾਂ ਨੇ ਪ੍ਰੈਸ ਕੀਤਾ ਵੀ ਸਾਨੂੰ ਇਕੱਲਿਆਂ ਨੂੰ ਕੈਬਨਿਟ ਮਿਨਿਸਟਰੀ ਪੂਰੀ ਦਿਓ, ਤੇ ਉੱਥੇ ਉਹਨੂੰ ਸਮਝ ਆ ਚੁੱਕੀ ਸੀ ਵੀ ਇਹ ਕਿੰਨੇ ਕੁ ਪਾਣੀ 'ਚ ਹੈਗੇ ਹੈ। ਉਹ 2 ਆਫਰ ਸੀਟਾਂ ਕਰ ਰਹੇ ਸੀਗੇ, ਮਿਨਿਸਟਰ ਆਫ ਸਟੇਟ ਕਰ ਰਹੇ ਸੀ, ਦੋਵੇਂ ਇੰਡੀਪੈਂਡੈਂਟ ਚਾਰਜ। ਟੱਬਰ ਨੇ ਕਿਹਾ ਵੀ ਨਹੀਂ, ਸਾਨੂੰ ਇੱਕੋ ਦਿਓ, ਭਾਵੇਂ ਕੈਬਨਿਟ ਦਿਓ। ਇਹ ਤਾਂ ਲੱਗਦਾ ਕਿ ਹੁਣ ਜਿਹੜੇ ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਇਹ ਸਾਰਾ ਕੁਝ ਪਹਿਲਾਂ ਅਸਤੀਫਾ ਦਿੱਤਾ, ਫਿਰ ਗੱਠਜੋੜ ਤੋੜ ਲਿਆ, ਕਿਉਂਕਿ 2022 ਬਿਲਕੁਲ ਨੇੜੇ ਆ। ਜਿਸ ਤਰ੍ਹਾਂ ਪੰਜਾਬ 'ਚ ਹਲਚਲ ਸ਼ੁਰੂ ਹੋ ਚੁੱਕੀ ਸਿਆਸੀ ਤੌਰ ਤੇ ਕਿ ਪੰਜਾਬ ਇਲੈਕਸ਼ਨ ਮੂਡ 'ਚ ਆ ਗਿਆ। ਇਹ ਅਕਾਲੀ ਦਲ ਵਾਸਤੇ ਕੀ ਵਿਕਲਪ ਹੋਏਗਾ? ਇਕੱਲਿਆਂ ਲੜ ਸਕਦੀ ਹੈਗੀ ਜਾਂ ਪਹਿਲਾਂ ਲੜਦੀ ਰਹੀ ਇਕੱਲਿਆਂ, ਕਿ ਚਾਹੇ 66 ਵਾਲੀ ਗੱਲ 67 ਵਾਲੀ ਗੱਲ ਕਰੀਏ, ਜਿਹੜਾ ਜਨ ਸੰਘ ਦੇ ਨਾਲ ਫਿਰ ਭਾਰਤੀ ਜਨਤਾ ਪਾਰਟੀ ਨਾਲ ਜਿਹੜਾ ਸਮਝੌਤਾ, ਇਹ ਸਮਰਥਾ ਰੱਖਦਾ ਹੈ? ਦੇਖੋ, ਇਹ ਹੁੰਦਾ ਕਿ ਪ੍ਰੀ ਪੋਲ ਅਲਾਇੰਸ ਹੈ ਕਿ ਪੋਸਟ ਪੋਲ ਅਲਾਇੰਸ ਹੈ। ਜੀ, ਬੀਜੇਪੀ ਨਾਲ ਪ੍ਰੀ ਪੋਲ ਅਲਾਇੰਸ ਸੀਗੀ ਜੀ। ਪਹਿਲਾਂ ਲੜਦੇ ਰਹੇ ਹੈ ਸੀਪੀਆਈ ਸੀਪੀਐਮ ਨਾਲ, ਪ੍ਰੀ ਪੋਲ ਅਲਾਇੰਸ ਹੁੰਦੀ ਰਹੀ ਹੈ ਜੀ। ਨਾਰਮਲੀ ਸੀਪੀਐਮ ਨਾਲ ਹੁੰਦੀ ਸੀ ਇਹਨਾਂ ਦੀ, ਪਰ ਇਹ ਸੀਪੀਆਈ ਸੀਪੀਐਮ ਇਕੱਠੇ ਸੀ। 77 ਦੀ ਇਲੈਕਸ਼ਨ ਜਿਹੜੀ ਮੇਰੇ ਖਿਆਲ 'ਚ, ਮੈਨੂੰ ਹੁਣ ਯਾਦ ਨਹੀਂ, ਮੈਨੂੰ ਰਿਕਾਰਡ ਦੇਖਣਾ ਪੈਣਾ, ਲੇਕਿਨ 80 ਦੇ ਵਿੱਚ ਵੀ ਇਸ ਤਰ੍ਹਾਂ ਇਕੱਠੇ ਚੱਲੇ ਇਹ।
ਸੋ ਉਹ ਪੁਰਾਣਾ ਇਤਿਹਾਸ ਹੈਗਾ। ਬੀਜੇਪੀ ਦੇ ਪੱਲੇ ਇਕੱਲੇ ਕੁਝ ਨਹੀਂ ਪੈਂਦਾ। ਉਹ ਮੇਰਾ ਖਿਆਲ ਉਹਨਾਂ ਦਾ ਸਕੋਰ ਤਾਂ 0 ਹੋ ਜਾਏਗਾ ਇਸ ਸਿਚੁਏਸ਼ਨ ਦੇ ਵਿੱਚ। CPI CPM ਰਹੇਗਾ, BSP ਰਹੇਗੀ। CPI CPM ਦਾ ਆਪਣਾ ਬੇਸ ਇਸ ਵੇਲੇ ਬਹੁਤ ਘੱਟ ਹੈ ਜੀ, ਸਿਰਫ ਉਹਨਾਂ ਕੋਲ ਝੰਡਾ ਹੈ ਜੀ, ਤੇ ਸਿੰਬਲ ਹੈ। ਜੀ, BSP ਦਾ ਸਪੋਰਟ ਬੇਸ ਪੰਜਾਬ 'ਚ ਥੋੜ੍ਹਾ ਬਹੁਤ ਹੈ। ਸੋ ਇਹਨਾਂ ਨੇ ਦੇਖਣਾ ਵੀ ਇਹਨਾਂ ਨੂੰ ਸੂਟ ਕਿਹੜਾ ਆਲਟਰਨੇਟਿਵ ਕਰਦਾ। ਮੇਰੇ ਖਿਆਲ ਇਕੱਲੇ ਨਹੀਂ ਲੜਨਗੇ, ਆਲਟਰਨੇਟਿਵ ਦੇਖਣਗੇ ਕਿ ਕਿਸ ਕੰਬੀਨੇਸ਼ਨ ਦੇ ਵਿੱਚ ਇਹ ਲੜ ਸਕਦੇ ਆ। ਇਹ ਪ੍ਰੀ ਪੋਲ ਅਲਾਇੰਸ ਇਹਨਾਂ ਦੀ ਹੋਏਗੀ। ਜੇ ਸਿਚੁਏਸ਼ਨ ਬਾਅਦ ਦੇ ਵਿੱਚ ਡਿਵੈਲਪ ਹੋ ਜਾਏ ਐਸੀ ਕਿ ਪੋਸਟ ਪੋਲ ਅਲਾਇੰਸ ਕਰਕੇ ਇਹ ਪਾਵਰ 'ਚ ਆ ਜਾਣ, ਉਹ ਸਿਚੁਏਸ਼ਨ 'ਤੇ ਡਿਪੈਂਡ ਕਰਦਾ ਹੁੰਦਾ। ਤਾਂ ਲੱਗਦਾ ਕਿ ਬੀਜੇਪੀ ਜਿਸ ਇਹਨਾਂ ਨੇ ਛੱਡਤਾ ਬੀਜੇਪੀ ਨੂੰ, ਬੀਜੇਪੀ ਜਾਂ ਰਾਸ਼ਟਰਪਤੀ ਨੂੰ ਕਹਿ ਕੇ, ਕਿਉਂਕਿ ਉਹਨਾਂ ਨੂੰ ਵੀ ਜਵਾਬ ਤਲਬੀ ਆਪੋਜੀਸ਼ਨ ਪਾਰਟੀਆਂ ਘੇਰੇ ਕਿ ਤੁਹਾਡੇ ਲਾਈਨਸ ਭੱਜਦੇ ਜਾ ਰਹੇ ਨੇ, ਉੱਥੇ ਰੋਕ ਸਕਦੇ ਨੇ ਜਾਂ ਅਮੈਂਡਮੈਂਟ ਹੋ ਸਕਦੀ। ਜੇ ਅਮੈਂਡਮੈਂਟ ਹੁੰਦੀ ਹੈ ਤਾਂ ਫਿਰ ਤੇ ਇਹ ਵਾਪਸ ਜਾ ਸਕਦੇ ਕਿ ਜਾਂ ਇਹਨਾਂ ਨੂੰ ਉਹ ਬਾਹਰ ਹੀ ਕੱਢਣਾ ਚਾਹੁੰਦੇ ਕਿ ਤੁਹਾਡੀ ਲੋੜ ਨਹੀਂ ਹੈਗੀ। ਦੇਖੋ ਸਿਆਸਤ ਦੇ ਵਿੱਚ ਕਦੇ ਕੋਈ ਸਿਚੁਏਸ਼ਨ ਵੀ ਰੂਲ ਆਊਟ ਨਹੀਂ ਕੀਤੀ ਜਾਂਦੀ। ਇਹ ਵਾਪਸ ਵੀ ਜਾ ਸਕਦੇ ਆ, ਕਿਉਂਕਿ ਇਸ ਸਿਚੁਏਸ਼ਨ ਦੇ ਵਿੱਚ ਜਿੱਥੇ ਇਹ ਪਹੁੰਚੇ ਹੈ, ਇਹ ਸਿਰਫ ਗੱਲ ਬੀਜੇਪੀ ਦੀ ਨਹੀਂ। ਜਿਹੜੀ ਸਿਆਸਤ ਇਹਨਾਂ ਨੇ ਸ਼ੁਰੂ ਕੀਤੀ, ਜਿਹਦੇ ਵਿੱਚ ਬੀਜੇਪੀ ਆਈ, ਜਿਹਨੂੰ ਆਪਾਂ ਪੰਜਾਬੀਅਤ ਦੀ ਸਿਆਸਤ ਕਹਿੰਦੇ ਹਾਂ, ਉਹਦੇ ਵਿੱਚ ਹੌਲੀ ਹੌਲੀ ਇਹ ਸਿੱਖ ਬੇਸ ਤੋਂ ਦੂਰ ਹੁੰਦੇ ਚਲੇ ਗਏ, ਪੰਥਕ ਸਪੋਰਟ ਬੇਸ ਛੱਡ ਗਏ ਜੀ। ਉਹਦੇ ਵਿੱਚੋਂ ਬਰਗਾੜੀ ਵੀ ਨਿਕਲਦੀ ਹੈ ਜੀ। ਉਸ ਪ੍ਰੋਸੈਸ, ਉਸ ਸਿਆਸਤ ਦੇ ਵਿੱਚ ਜਿੰਨੇ ਤੁਹਾਡੇ ਸਿੱਖ ਇੰਸਟੀਟਿਊਸ਼ਨਸ ਹੈ ਉਹ ਡੈਮੇਜ ਹੋਏ, ਉਹਨਾਂ ਵਾਸਤੇ ਜ਼ਿੰਮੇਦਾਰ ਕੌਣ ਹੈ? ਇਸੇ ਕਰਕੇ ਇਹਨਾਂ ਦੀ ਵਾਪਸੀ ਜਿਹੜੀ ਹੈਗੀ ਹੈ ਉਸ ਡੋਮੇਨ ਦੇ ਵਿੱਚ ਮੈਨੂੰ ਹਜੇ ਇੰਨੀ ਆਸਾਨ ਨਜ਼ਰ ਨਹੀਂ ਆਉਂਦੀ, ਜਦ ਕਿ ਇਹਨਾਂ ਦਾ ਕਾਡਰ ਬੈਠਾ ਹੈ, ਪੁਰਾਣੀ ਸਪੋਰਟ ਬੇਸ ਹੈਗੀ ਹੈ, ਲੇਕਿਨ ਉਹ ਸਪੋਰਟ ਬੇਸ ਖੁਰ ਚੁੱਕੀ ਹੈ। ਇੱਕ ਆਸਪੈਕਟ ਹੋਰ ਹੈ, ਮੈਂ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੂੰ ਵੱਖ-ਵੱਖ ਕਰਕੇ ਦੇਖਦਾ ਹਾਂ ਜੀ। ਕੈਪਟਨ ਅਮਰਿੰਦਰ ਸਿੰਘ ਸਿੱਖ ਲੀਡਰ ਵੀ ਨਾਲ ਹੈਗੇ। ਇਹਨਾਂ ਨੇ ਅਕਾਲੀ ਦਲ ਦੀ ਸਪੋਰਟ ਬੇਸ ਤੋੜੀ ਸੀ। ਪਹਿਲਾਂ ਇਸ ਢੰਗ ਨਾਲ ਕਿਸੇ ਕਾਂਗਰਸ ਦੇ ਲੀਡਰ ਨੇ ਉਹ ਸਪੋਰਟ ਬੇਸ ਇਰੋਡ ਨਹੀਂ ਕੀਤੀ ਇਹਨਾਂ ਦੀ। ਉਹ ਸਿਚੁਏਸ਼ਨ ਹੁਣ ਵੀ ਕਾਇਮ ਹੈ। ਸੋ ਇੱਥੇ ਜੇ ਫਰਕ ਹੈ ਸਾਰੇ ਚਾਹ ਕੇ। ਅਕਾਲੀ ਦਲ ਦੀ ਰਿਵਾਈਵਲ ਡਿਪੈਂਡ ਕਰਦੀ ਹੈ। ਦੇਖੋ, ਦੋ ਇਹਨਾਂ ਦੇ ਬੇਸਿਕ ਸਪੋਰਟ ਸੀਗੀ, ਕਿਸਾਨੀ ਤੇ ਪੰਥਕ। ਪੰਥਕ ਤੋਂ ਤਾਂ ਦੂਰ ਜਾ ਚੁੱਕੇ ਸੀਗੇ, ਕਿਸਾਨੀ ਨੇੜੇ ਵੀ ਲਾ ਰਹੀ ਹੈ। ਕਿਸਾਨੀ ਇਹਨਾਂ ਨੇ ਹੁਣ ਉਹੀ ਲੋਕ ਹੈਗੇ ਬੇਸਿਕਲੀ ਤਾਂ, ਹਾਂਜੀ, ਜਿਹੜੀ ਕੋਈ ਕਸਰ ਸੀ ਹੁਣ ਪੂਰੀ ਹੋ ਗਈ। ਹੁਣ ਉਹਨਾਂ ਲੋਕਾਂ ਵਿੱਚ ਵਾਪਸ ਕਿਵੇਂ, ਹੁਣ ਵਾਪਸ ਜਾਣ ਜੋਗੇ ਹੋ ਗਏ। ਅਲਾਇੰਸ ਤੋੜ ਕੇ ਇੱਕ ਫਾਇਦਾ ਹੋਇਆ, ਇਹ ਵਾਪਸ ਜਾਣ ਜੋਗੇ ਹੋ ਗਏ। ਲੇਕਿਨ ਉਹ ਟਾਈਮਿੰਗ ਇਹ ਮਿਸ ਕਰ ਗਏ। ਸ਼ੁਰੂ ਦੇ ਵਿੱਚ ਜਦੋਂ ਆਰਡੀਨੈਂਸ ਆਏ ਸੀ, ਜੇ ਉਸ ਵੇਲੇ ਅਲਾਇੰਸ 'ਚੋਂ ਬਾਹਰ ਆ ਜਾਂਦੇ, ਇਹਨਾਂ ਦੀ ਬੇਸ ਰਿਵਾਈਵ ਕਰਨੀ ਆਸਾਨ ਸੀ ਇਹਨਾਂ ਵਾਸਤੇ। ਇਸ ਤੋਂ ਪਹਿਲਾਂ ਅਗਰ ਜਦੋਂ ਨਾ ਸਿਟੀਜ਼ਨ ਅਮੈਂਡਮੈਂਟ ਐਕਟ ਪਾਸ ਕੀਤਾ ਜਾਂ ਜੰਮੂ ਕਸ਼ਮੀਰ ਵਾਲਾ ਮਸਲਾ, ਅਗਰ ਉਸ ਸਮੇਂ ਵੀ ਅਕਾਲੀ ਦਲ ਸਟੈਂਡ ਲੈਣ ਦੇ ਹਾਲਾਤ ਹੋਰ ਇਹ ਲਗਾਤਾਰ ਬੀਜੇਪੀ ਨੂੰ ਜਿਹੜੀ ਐਂਟੀ ਮਾਈਨੋਰਿਟੀ ਪਾਲਿਸੀ ਸੀ ਉਹਨੂੰ ਲਗਾਤਾਰ ਇਹਨਾਂ ਨੇ ਸਪੋਰਟ ਕੀਤਾ। ਇਸ ਤੋਂ ਪਹਿਲਾਂ ਕਦੇ ਅਕਾਲੀ ਦਲ ਨੇ ਇਦਾਂ ਸਪੋਰਟ ਨਹੀਂ ਕਰੇ, ਸਟੈਂਡ ਲੈਂਦੇ ਰਹੇ ਅਕਾਲੀ ਦਲ। ਅਕਾਲੀ ਦਲ ਦੀ ਤਾਂ ਆਪਣੀ ਸਿਆਸਤ ਸੀ, ਪ੍ਰੋ ਮਾਈਨੋਰਿਟੀ ਸਟੈਂਡ ਸੀ। ਇਹਨਾਂ ਨੇ ਤਾਂ ਮਤਲਬ ਅਕਾਲੀ ਦਲ ਨੂੰ ਖਤਮ ਹੀ ਕਰਤਾ ਉਸ ਪ੍ਰੋਸੈਸ ਦੇ ਵਿੱਚ। ਤਾਂ ਮੈਂ ਕਹਿੰਦਾ ਵੀ ਜਿਹੜਾ ਇਹਨਾਂ ਦਾ ਸਪੋਰਟ ਬੇਸ ਹੈ ਟ੍ਰੈਡੀਸ਼ਨਲ, ਉਹ ਤਾਂ ਇਹਨਾਂ ਨੇ ਖੁਦ ਹੀ ਡੈਮੇਜ ਕੀਤਾ ਹੋਇਆ, ਕਿਸੇ ਹੋਰ ਨੇ ਡੈਮੇਜ ਨਹੀਂ ਕੀਤਾ। ਬਈ ਹੁਣ ਕਿਸਾਨ ਬਾਹਰ ਹੈ, ਕਿਸਾਨ ਤੋਂ ਜ਼ਿਆਦਾ ਪੰਜਾਬ ਦਾ ਯੂਥ ਬਾਹਰ ਹੈ। ਜਿੰਨੇ ਵੀ ਚੌਂਕ ਚਰਾਏ, ਪੁੱਲ, ਸੜਕਾਂ, ਉਹ ਪੰਜਾਬ ਦਾ 90% ਯੂਥ ਦੇਖਿਆ ਯਾਰ, ਬਜ਼ੁਰਗ ਪਿੱਛੇ ਨੇ। ਬੜੀ ਵਧੀਆ ਡਿਵੈਲਪਮੈਂਟ ਹੈ। ਉਸ ਮੌਕੇ ਹਾਂ, ਸਾਰੀਆਂ ਪਾਰਟੀਆਂ ਮਜਬੂਰ ਹੋਈਆਂ ਅੰਦਰ ਖਾਤੇ ਮਦਦ ਕਰੀਆਂ। ਕਾਂਗਰਸ ਪਾਰਟੀ ਖੁਸ਼ ਹੈ ਕਿ ਅਕਾਲੀਆਂ ਨੂੰ ਕੁੱਟ ਪੈ ਰਹੀ ਹੈਗੀ ਜੀ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਕਾਲੀ ਦਲ ਨੂੰ ਵੀ ਕੁੱਟ ਪੈ ਰਹੀ, ਕੈਪਟਨ ਨੂੰ ਵੀ ਕੁੱਟ ਪੈ ਰਹੀ, ਸਾਡਾ ਭਲਾ ਹੋਊਗਾ। ਪਰ ਕੁੱਲ ਮਿਲਾ ਕੇ ਤਿੰਨਾਂ ਪਾਰਟੀਆਂ ਨੂੰ ਪੰਜਾਬ ਦੀ ਜਨਤਾ ਦੇ ਨਜ਼ਰਅੰਦਾਜ਼ ਕਰ ਚੁੱਕੀਆਂ। ਨਵੀਂ ਲੀਡਰਸ਼ਿਪ ਦੀ ਤਾਂ ਆਸ ਹੈਗੀ ਕਿ ਨਿਕਲ ਸਕਦੀ ਜੀ। ਦੇਖੋ, ਪੰਜਾਬ ਦੇ ਵਿੱਚ ਤੀਜੀ ਪਾਰਟੀ ਦੀ ਸਪੇਸ ਬੜੇ ਦੇਰ ਤੋਂ ਖਾਲੀ ਪਈ ਆ ਜੀ। ਤੇ ਇੱਕ ਚਰਨਿੰਗ ਪ੍ਰੋਸੈਸ ਪੰਜਾਬ 'ਚ ਸ਼ੁਰੂ ਹੋ ਚੁੱਕਿਆ ਜੀ। ਕਿਸਾਨੀ ਦੇ ਸੰਘਰਸ਼ ਨੇ ਇੱਕ ਚਰਨਿੰਗ ਪ੍ਰੋਸੈਸ ਟ੍ਰਿਗਰ ਕਰਤਾ ਜੀ ਜੀ। ਉਹਦਾ ਬਹੁਤ ਪੋਜ਼ਿਟਿਵ ਪਹਿਲੂ ਐਤਕੀ ਇਹ ਹੈ ਕਿ ਯੂਥ, ਮੁੰਡੇ ਕੁੜੀਆਂ ਸਾਰੇ ਹੀ ਘਰੋਂ ਬਾਹਰ ਨਿਕਲ ਕੇ ਤੁਰੇ ਆ। ਬੜੇ ਸਾਲਾਂ ਬਾਅਦ ਪੰਜਾਬ ਦਾ ਇਹ ਸੀਨ ਦੇਖਣ ਨੂੰ ਮਿਲ ਰਿਹਾ। ਇਹ ਕਿਸ ਰੂਪ 'ਚ ਅੱਗੇ
ਇਵਾਲਵ ਹੁੰਦੀ ਹੈ ਫੋਰਸ ਇਹ ਸਮਾਂ ਦੱਸੇਗਾ। ਪਤਾ ਲੱਗਦਾ ਕਿ ਜਿਸ ਤਰ੍ਹਾਂ ਜਦੋਂ ਚੱਬੇ ਇਕੱਠ ਕੀਤਾ ਗਿਆ ਸੀ ਉਦੋਂ ਵੀ ਲੋਕ ਆਪ ਮਹਾਰੇ ਗਏ ਸੀ, ਹੁਣ ਵੀ ਲੋਕੀ ਆਪ ਮਹਾਰੇ ਆਏ ਨੇ। ਉਦੋਂ ਵੀ ਲੀਡਰਲੈਸ ਲੋਕ ਸੀ, ਹੁਣ ਵੀ ਲੀਡਰਲੈਸ ਹੈ, ਕਿ ਕੋਈ ਦਿਸ਼ਾ ਦੇਣ ਵਾਲਾ ਨਹੀਂ ਸੀ। ਉਹ ਵੀ ਤਾਰੋ ਪੀੜ ਹੋ ਗਈ। ਇਹ ਵੀ ਮੈਨੂੰ ਲੱਗਦਾ ਹੈਗਾ ਕਿ ਤਾਰੋ ਪੀੜ ਹੋ ਜਾਏਗੀ, ਜ਼ਿਆਦਾ ਲੰਮੀ ਨਹੀਂ ਚੱਲ ਸਕਦੀ। ਜੇ ਵਾਰ-ਵਾਰ ਇਸ ਤਰ੍ਹਾਂ ਹੋਏਗਾ ਨਾ ਪੰਜਾਬ ਨਾਲ, ਜੀ ਇਹਦੇ ਜਿਹੜੇ ਸਿੱਟੇ ਹੈ ਉਹ ਖਤਰਨਾਕ ਫਿਰ ਹੋ ਸਕਦੇ ਆ। ਡੈਮੋਕ੍ਰੈਟਿਕਲੀ ਇਸ ਫੋਰਸ ਨੂੰ ਚੈਨਲਾਈਜ਼ ਕਰਨਾ ਚਾਹੀਦਾ ਹੈ। ਕਿਹੜਾ ਲੀਡਰ ਕਰ ਸਕਦਾ ਹੈ ਮੈਨੂੰ ਹਜੇ ਕੋਈ ਨਜ਼ਰ ਨਹੀਂ ਆ ਰਿਹਾ। ਔਰ ਨਵੀਂ ਇਹਦੇ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਐਮਰਜ ਹੋਵੇ, ਜਿਹੜੀ ਯੂਥ ਦੀ ਲੀਡਰਸ਼ਿਪ ਹੈ, ਨਵੇਂ ਜਿਹੜੇ ਯੰਗ ਮੁੰਡੇ ਉੱਭਰ ਕੇ ਸਾਹਮਣੇ ਆ ਰਹੇ ਹੈ, ਜੇ ਉਹਨਾਂ 'ਚ ਕੋਈ ਅੱਗੇ ਤੁਰ ਪਏ ਤਾਂ ਲੋਕ ਨਾਲ ਲੱਗ ਜਾਣ ਤੇ ਚੰਗੀ ਗੱਲ ਹੋਏਗੀ। ਅਕਾਲੀ ਦਲ ਕਹਿੰਦੇ ਸਾਡੇ ਵਾਸਤੇ ਰਾਸਤੇ ਖੁੱਲੇ ਨੇ, ਰਾਸਤੇ ਉਹ ਵੀ ਇੱਕ ਰੱਖਦਾ ਕਿ ਸ਼ਾਇਦ ਸੈਂਟਰ ਸਾਡੀ ਮੰਨ ਹੀ ਲਵੇ। ਪਰ ਬੀਜੇਪੀ ਦਾ ਜਿਹੜਾ ਸੈਂਟਰ ਲੈਵਲ ਤੇ ਨਜ਼ਰੀਆ ਉਹੀ ਕਾਂਗਰਸ ਪਾਰਟੀ ਦਾ ਸੀ। ਜਿਹੜਾ ਦੋ ਪਾਰਟੀ ਵਾਲਾ ਵਿਧਾਨ ਜਿਹਾ ਬਣਿਆ ਤਾਂ ਲੱਗਦਾ ਕਿ ਦੇਸ਼ ਵਾਸਤੇ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਨਹੀਂ, ਉਹ ਨੈਗੇਟਿਵ ਹੈ ਜੀ। ਮੈਨੂੰ ਬੀਜੇਪੀ ਤੇ ਕਾਂਗਰਸ 'ਚ ਕੋਈ ਫਰਕ ਨਜ਼ਰ ਹੀ ਨਹੀਂ ਆਉਂਦਾ। ਅਦਰਵਾਈਜ਼ ਇਕਨੋਮਿਕ ਪਾਲਿਸੀ ਦੋਵਾਂ ਦੀਆਂ ਸੇਮ ਹੈ। ਮੇਰਾ ਨਜ਼ਰੀਆ ਬੜਾ ਸਿੰਪਲ ਜਿਹਾ ਇਹਨਾਂ ਗੱਲਾਂ ਤੇ ਕਿ ਇਹੀ ਬਿੱਲ ਹੋ ਸਕਦਾ ਜੇ ਕਾਂਗਰਸ ਦਿੱਲੀ 'ਚ ਪਾਵਰ 'ਚ ਹੁੰਦੀ ਤਾਂ ਲੈ ਕੇ ਆਉਂਦੀ। ਇਨ ਆਈਸੋਲੇਸ਼ਨ ਨਹੀਂ ਹੈ ਨਾ, ਇਹ ਪ੍ਰੋਸੈਸ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਉਹਦੇ ਵਿੱਚ ਅਗਲੀ ਕਲਬੀਨੇਸ਼ਨ ਇਹ ਬਿੱਲ ਆਏ ਹੈ। ਇਹ ਪ੍ਰੋਸੈਸ ਤਾਂ ਬਹੁਤ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ। ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜੀ। ਤਾਂ ਲੱਗਦਾ ਦੇਖ, ਅਕਾਲੀ ਦਲ ਸਿਰਫ ਖੇਤਰੀ ਪਾਰਟੀ ਨਹੀਂ ਹੈ ਜੀ। ਖੇਤਰੀ ਪਾਰਟੀਆਂ ਤਾਂ ਤੁਹਾਡੀਆਂ ਸਮਾਜਵਾਦੀ ਪਾਰਟੀ ਇਹੋ ਜਿਹੀਆਂ ਹੈਗੀਆਂ ਜੀ। ਅਕਾਲੀ ਦਲ ਇੱਕ ਕਮਿਊਨਿਟੀ ਦੀ ਪਾਰਟੀ ਹੈ ਜੀ। ਕਮਿਊਨਿਟੀ ਅਗਰੈਸਿਵ ਹੈ, ਜਿਹਦਾ ਰੋਲ ਹੈ ਪੰਜਾਬ ਇਸ ਖਿੱਤੇ ਦੇ ਇਤਿਹਾਸ ਦੇ ਵਿੱਚ। ਮੈਂ ਖਿੱਤੇ ਦੇ ਇਤਿਹਾਸ ਦੀ ਗੱਲ ਕਰਦਾ ਹੁੰਦਾ, ਮੈਂ ਇਸ ਹਿੰਦੁਸਤਾਨ ਜਿਹੜਾ ਹੁਣ ਇੰਡੀਆ ਦੀ ਗੱਲ ਨਹੀਂ ਕਰਦਾ ਸਿਰਫ। ਇਹਨਾਂ ਦਾ ਇੱਕ ਰੋਲ ਹੈ ਜੀ। ਇਹ ਪਾਰਟੀ ਉਸ ਕਮਿਊਨਿਟੀ ਦੀ ਪਾਰਟੀ ਸੀ। ਇਹਨਾਂ ਨੇ ਉਹ ਰੋਲ ਤਾਂ ਛੱਡਤਾ, ਇਹਨਾਂ ਨੇ ਆਪਣੇ ਆਪ ਨੂੰ ਇੱਕ ਸਿਆਸੀ ਪਾਰਟੀ ਤੇ ਰਿਡਿਊਸ ਕਰ ਲਿਆ। ਸੋ ਇੱਥੇ ਬਾਕੀ ਨਾਲੋਂ ਇਹਨਾਂ ਦਾ ਫਰਕ ਹੈ। ਇਹ ਜਿਹੜਾ ਹੁਣ ਅਸਤੀਫੇ ਦਿੱਤਾ ਲੱਗਦਾ ਕਿ ਬਾਕੀ ਜਿਹੜੇ ਐਮਪੀ ਨੇ ਉਹਨਾਂ ਦੇ ਵੀ ਉਹਨਾਂ ਹੀ ਪ੍ਰੈਸ਼ਰ ਹੋ ਜਾਏਗਾ, ਪੰਜਾਬ ਸਰਕਾਰ ਤੇ ਵੀ ਉਹਨਾਂ ਪ੍ਰੈਸ਼ਰ ਹੈ ਕਿ ਉਹੀ ਕੈਪਟਨ ਅਮਰਿੰਦਰ ਸਰਕਾਰ ਪਹਿਲਾਂ ਪਰਚੇ ਦਰਜ ਕਰਦੇ ਨੇ, ਕਹਿੰਦੇ ਪਰਚੇ ਨਹੀਂ ਦਰਜ ਕਰਾਂਗੇ। ਲੋਕ ਇਹ ਜਿਹੜੇ ਪੰਜਾਬ ਦੇ ਲੋਕ ਇਕੱਠੇ ਹੋਏ ਨੇ, ਇਹ ਲੋਕ ਸਭਾ ਮੈਂਬਰਾਂ ਨੂੰ ਵੀ ਮਜਬੂਰ ਕਰ ਦੇਣਗੇ ਕਿ ਤੁਸੀਂ ਵੀ ਅਸਤੀਫੇ ਦੇ ਕੇ ਆਓ, ਤੁਸੀਂ ਉੱਥੇ ਕੀ ਕਰਦੇ ਜੀ? ਪਹਿਲਾਂ ਕਿਹੜਾ ਅਸਤੀਫੇ ਨਹੀਂ ਹੋਏ ਪੰਜਾਬ 'ਚ ਕਦੇ ਵੀ? ਪਹਿਲਾਂ ਵੀ ਹੋ ਚੁੱਕੇ ਹੈ ਕਿਸੇ ਜ਼ਮਾਨੇ ਦੇ ਵਿੱਚ। ਅਸੈਂਬਲੀ ਹੱਥੋਂ ਹੋਏ ਸੀ ਕਿਸੇ ਵੇਲੇ। ਅਕਾਲੀਆਂ ਨੇ ਲੋਕ ਸਭਾ 'ਚੋਂ ਰਾਜ ਸਭਾ 'ਚੋਂ ਅਸਤੀਫੇ ਦਿੱਤੇ ਸੀਗੇ। ਜੀ। ਬੀਪੀ ਰਜਿੰਦਰ ਕੌਰ ਰਾਜ ਸਭਾ ਮੈਂਬਰ, ਜਦੋਂ ਉਹਨੇ ਅਸਤੀਫਾ ਦਿੱਤਾ ਉਹਦੀ ਲਾਸਟ ਸਪੀਚ ਚੱਕ ਕੇ ਦੇਖੋ ਤੁਸੀਂ, ਜੀ, ਤੁਹਾਨੂੰ ਬੜਾ ਕੁਝ ਮਿਲ ਜਾਏਗਾ ਉਹਦੇ 'ਚ। ਸੋ ਇਹ ਤੇਰੇ ਮੈਂ ਕਹਿੰਦਾ ਵੀ ਇਹ ਕੁਰਬਾਨੀ ਨਹੀਂ ਹੈ, ਇਹ ਤਾਂ ਲਗਾਤਾਰ ਅਕਾਲੀ ਦਲ ਦਾ ਇਤਿਹਾਸ ਚੱਕ ਕੇ ਦੇਖੋ ਤੁਸੀਂ। ਅਸਤੀਫੇ ਤਾਂ ਲਗਾਤਾਰ ਹੋਏ। ਸੁਰਜੀਤ ਸਿੰਘ ਬਰਨਾਲਾ, ਧਲਾਨ ਸਿੰਘ ਗੁਲਸ਼ਨ ਜਦੋਂ ਉਹ ਕੇਂਦਰ 'ਚ ਵਜ਼ੀਰ ਸੀ ਉਹ ਵੀ ਛੱਡ ਕੇ ਆ ਗਏ ਸੀਗੇ। ਇਹ ਤਾਂ ਕੋਈ ਨਵੀਂ ਗੱਲ ਨਹੀਂ ਕੀਤੀ ਇਹਨਾਂ ਨੇ। ਪਰ ਇਹਨਾਂ ਦਾ ਟਾਈਮਿੰਗ ਗਲਤ ਸੀ। ਟਾਈਮਿੰਗ ਗਲਤ ਸੀ, ਉਹ ਇਹਨਾਂ ਨੂੰ ਸਮਝ ਨਹੀਂ ਆਈ। ਇਹ ਭੁਲੇਖੇ 'ਚ ਕਿਸੇ 'ਚ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਮੇਰੇ ਖਿਆਲ ਦੇ ਵਿੱਚ। ਜਿਹੜੇ ਨੇ ਬਾਦਲ ਸਾਹਿਬ ਨੂੰ ਇਹਨਾਂ ਕਿਸੇ ਜੋਗਾ ਛੱਡਿਆ ਨਹੀਂ ਹੈਗਾ, ਕਿਉਂਕਿ ਉਹ ਕਿਸਾਨੀ ਦੀ ਗੱਲ ਕਰਦੇ ਰਹੇ ਨੇ ਔਰ ਉਹਦੇ ਇੱਥੋਂ ਤੱਕ ਵੀ ਰੌਲਾ ਪਾਉਂਦੇ ਰਹੇ ਕਿ ਰੇਲਵੇ ਦਾ ਜਿੱਦਾਂ ਬਜਟ ਆ ਉੱਦਾਂ ਦਾ ਕਿਸਾਨੀ ਦਾ ਬਜਟ ਹੋਣਾ ਚਾਹੀਦਾ। ਤਾਂ ਲੱਗਦਾ ਹੈ ਕਿ ਉਹ ਫੈਡਰਲ ਢਾਂਚੇ ਦੀ ਵੀ ਮੰਗ ਕਰਦੇ ਰਹੇ ਨੇ, ਰੌਲਾ ਪਾਉਂਦੇ ਰਹੇ ਨੇ ਕਿ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ, ਚਾਹੇ ਉਹਨਾਂ ਦੀ ਸਿਹਤ ਹੁਣ ਜਾਂ ਉਮਰ ਜ਼ਿਆਦਾ। ਉਹ ਵੀ ਬਾਹਰ ਆ ਸਕਦੇ ਨੇ ਇਸ ਮੌਕੇ ਕਿ ਜਾਂ ਜੇ ਬਾਹਰ ਆਉਂਦੇ ਨੇ ਤੇ ਪੰਜਾਬ ਦੀ ਜਨਤਾ ਜਾਂ ਨੈਸ਼ਨਲ ਲੈਵਲ ਤੇ ਉਹਨਾਂ ਨੂੰ ਲੀਡਰ ਮੰਨਿਆ ਜਾ ਸਕਦਾ ਜੀ। ਮੇਰਾ ਥੋੜ੍ਹਾ ਜਿਹਾ ਨਜ਼ਰੀਆ ਬਾਦਲ ਸਾਹਿਬ ਬਾਰੇ ਵੱਖਰਾ ਹੈ ਜੀ। ਬਾਦਲ ਸਾਹਿਬ ਇਹੋ ਜਿਹੀ ਗੱਲਾਂ ਉਦੋਂ ਕਰਦੇ ਆ ਜਦੋਂ ਉਹ ਸੀਐਮ ਨਹੀਂ ਹੁੰਦੇ। ਜੀ। ਜਦੋਂ ਸੀਐਮ ਹੁੰਦੇ ਹੈ ਉਦੋਂ ਮੈਨੂੰ ਇਹਨਾਂ ਦੀ ਇੱਕ ਵੀ ਇਹੋ ਜਿਹੀ ਅਚੀਵਮੈਂਟ ਦਿਖਾ ਦਿਓ ਜੀ। ਤੁਹਾਨੂੰ ਨਹੀਂ ਨਜ਼ਰ ਆਏਗੀ। ਫੈਡਰਲ ਢਾਂਚੇ ਦੀ ਜਦੋਂ ਗੱਲ ਕਰਦੇ ਹੈ ਤੁਸੀਂ, ਇਹਨਾਂ ਦੇ ਸਪੀਚਾਂ ਜਿਹੜੀਆਂ ਫਾਈਨਾਂਸ ਮਿਨਿਸਟਰ ਦੇ ਜਦੋਂ ਬਜਟ ਪੇਸ਼ ਕਰਦੇ ਆ ਉਹ ਸਪੀਚਾਂ ਚੱਕ ਲਓ, ਉਹਨਾਂ ਦੀ ਸਟੱਡੀ ਕਰੋ। ਉਹ ਫਿਰ ਫੈਡਰਲ ਨੂੰ ਇਹ ਸਿਰਫ ਫਾਈਨੈਂਸ਼ੀਅਲ ਆਟੋਨਮੀ ਦੇ ਰਾਹੀਂ ਖਤਮ ਕਰ ਦਿੰਦੇ। ਪਰ ਉਹ ਜਿੱਦਾਂ ਲੋਕ ਪੰਜਾਬ ਦੇ ਪੋਲੀਟੀਸ਼ੀਅਨ ਦਾ ਟਰਸਟ ਲੋਕਾਂ ਪ੍ਰਤੀ ਟਰਸਟ ਖਤਮ ਹੋ ਗਿਆ। ਜਨਤਾ ਕਹਿੰਦੇ ਕਿ ਸਾਰੇ ਵਿਸ਼ਵਾਸ ਨਹੀਂ ਕਰਦੀ ਜਨਤਾ ਦੇ। ਇਸੇ ਕਰਕੇ ਨਹੀਂ ਕਰਦੀ ਨਾ, ਜਦੋਂ ਤੁਸੀਂ ਪਾਵਰ 'ਚ ਹੁੰਦੇ ਆ ਉਦੋਂ ਤਾਂ ਸਾਰਾ ਕੁਝ ਕਹਿੰਦੇ ਵੀ ਉਹ ਤਾਂ ਪਿਛਲੀ ਗੱਲ ਭੁੱਲ ਜਾਓ ਜੀ। ਬਾਦਲ ਸਾਹਿਬ ਤਾਂ ਇਹੀ ਕਰਦੇ ਆ ਰਹੇ ਸੀ ਕਿ ਮੈਂ ਐਗਜ਼ਾਮਪਲ ਇੱਕੋ ਹੀ ਦੇਵਾਂ ਲੇਟੈਸਟ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਰਿਵਰ ਵਾਟਰ ਡਿਸਪਿਊਟ ਐਕਟ
ਦੇ ਅੰਡਰ ਆਪਣਾ ਵਾਟਰ ਟਰਮੀਨੇਸ਼ਨ ਐਕਟ ਲਿਆਂਦਾ ਜੀ, ਜੀ। 2004 ਦੇ ਵਿੱਚ, ਤੇ ਸੈਕਸ਼ਨ 5 ਦੀ ਬਾਅਦ ਦੇ ਵਿੱਚ ਗੱਲ ਚੱਲੀ। ਬਾਦਲ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਬਣਦੇ ਪਹਿਲੀ ਕੈਬਨਿਟ ਮੀਟਿੰਗ 'ਚ ਫੈਸਲਾ ਕਰਾਂਗੇ, ਤੇ ਸੈਸ਼ਨ ਦੇ ਪਹਿਲੇ ਦਿਨ ਇਹਨੂੰ ਖਤਮ ਕਰਾਂਗੇ। ਉਹ ਤਾਂ ਅੱਜ ਤੱਕ ਸੈਕਸ਼ਨ 5 ਉੱਥੇ ਹੀ ਕਾਇਮ ਹੈ, 10 ਸਾਲ ਮੈਂ ਬਾਕੀ ਸਾਰਾ ਛੱਡ ਦਿੰਦਾ। ਸੋ ਇਸ ਕਰਕੇ ਇਹਨਾਂ ਲੋਕਾਂ ਦੀ ਭਰੋਸੇਯੋਗਤਾ ਖਤਮ ਹੋ ਚੁੱਕੀ ਹੈ। ਵੀ ਆਖਰੀ ਸਵਾਲ ਆ, ਉਹ ਪਾਰਟੀ ਜਿਹੜੀ ਦੇਸ਼ ਦੇ ਵਿੱਚ ਦੂਜੀ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਦਾ, ਤੇ ਉਹ ਆਪਣੀ ਸ਼ਤਾਬਦੀ 100 ਸਾਲ ਹੋ ਚੁੱਕੇ ਨੇ, ਉਹਦਾ ਜਿਹੜਾ ਹਸ਼ਰ ਆ ਉਹ ਤਾਂ ਦੇਖ ਹੀ ਲਿਆ, ਅੱਗੇ ਕੀ ਤੁਹਾਨੂੰ ਲੱਗਦਾ ਹੈਗਾ? ਨਹੀਂ, ਮੈਂ ਕਦੇ ਵੀ ਇਸ ਗੱਲੋਂ ਨਿਰਾਸ਼ਾਜਨਕ ਨਹੀਂ ਹੋਇਆ, ਕਿਉਂਕਿ ਪਾਰਟੀ ਦਾ ਇਤਿਹਾਸ ਹੀ ਸੰਘਰਸ਼ਮਈ ਹੈ। ਜੀ ਕੱਲ੍ਹ ਨੂੰ ਲੀਡਰਸ਼ਿਪ ਬਦਲ ਜਾਏ ਤੇ ਮੇਰੇ ਖਿਆਲ ਦੇ ਵਿੱਚ ਪਾਰਟੀ 'ਚ ਨਵੀਂ ਰੂਹ ਆ ਜਾਏਗੀ। ਮੌਜੂਦਾ ਜਿਹੜੀ ਲੀਡਰਸ਼ਿਪ ਅਕਾਲੀ ਦਲ ਦੀ, ਉਹਦੇ ਕੋਲ ਵਿਸ਼ਵਾਸ ਖੋ ਚੁੱਕੀ ਆਪਣਾ। ਮੈਨੂੰ ਇਹਨਾਂ ਤੇ ਕੋਈ ਆਸ ਨਹੀਂ ਹੈ ਕਿ ਇਹ ਪਾਰਟੀ ਦੀ ਲੀਡਰਸ਼ਿਪ ਕੋਈ ਬਿਜ਼ਨਸਮੈਨ ਨਹੀਂ ਕਰ ਸਕਦਾ। ਉਹ ਤੇ ਸਮੇਂ-ਸਮੇਂ ਅਕਾਲੀ ਦਲ ਨੇ ਲੀਡਰ ਪੈਦਾ ਕੀਤੇ ਨੇ, ਹਾਲਤਾਂ ਪੈਦਾ ਕਰਦੀਆਂ, ਹਾਲਤ ਜੋ ਜੀ ਬਣ ਰਹੀ ਹੈ, ਹੋ ਸਕਦਾ ਉਹਦੇ 'ਚ ਕਿਸੇ ਵੇਲੇ ਨਵੀਂ ਲੀਡਰਸ਼ਿਪ ਸਾਹਮਣੇ ਆ ਜਾਏ। ਅਕਾਲੀ ਦਲ ਨੂੰ ਵਪਾਰੀ ਨਹੀਂ ਚਾਹੀਦਾ, ਇੱਕ ਸਿੰਪਲ ਸਧਾਰਨ ਨੇਤਾ ਚਾਹੀਦਾ, ਚਾਹੇ ਉਹਦੇ 'ਚ ਗਿਆਨੀ ਕਰਤਾਰ ਸਿੰਘ ਜਾਂ ਮਾਸਟਰ ਤਾਰਾ ਸਿੰਘ ਜਾਂ ਇੱਦਾਂ ਦੇ ਬਹੁਤ ਵੱਡੇ ਚਿਹਰੇ ਸੀ, ਉੱਦਾਂ ਦੇ ਲੋਕ ਦੀ ਲੋੜ ਹੈ। ਨਹੀਂ, ਹੁਣ ਇਹ ਪਾਰਟੀ ਰਿਵਾਈਵ ਵੀ ਤਾਂ ਹੋ ਸਕਦੀ ਹੈ ਜੇ ਉਹੋ ਜਿਹਾ ਕੋਈ ਚਿਹਰਾ ਅਮਰਜ ਹੋਵੇ ਨਵੀਂ ਸਿਚੁਏਸ਼ਨ ਦੇ ਵਿੱਚ। ਚਲੋ, ਮਿਹਰਬਾਨੀ ਭਾਈ, ਤੁਸੀਂ ਸਾਡਾ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। Thank you. ਔਰ ਜਿੱਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਸਵਾਲ ਹੈ, ਉਹ ਅਕਾਲੀ ਦਲ ਜਿਹੜੇ ਆਪਣੀ 100 ਸਾਲ ਦੀ ਪੁਰਾਣੀ ਪਾਰਟੀ ਹੋ ਚੁੱਕੀ, ਤੇ ਉਹਦਾ ਜਿਹੜਾ ਹਸ਼ਰ ਆ, ਉਹ ਸਾਰਿਆਂ ਨੂੰ ਪਤਾ ਕਿ ਜਿਸ ਅਕਾਲੀ ਦਲ ਨੇ ਸੈਂਟਰਲ ਸਰਕਾਰ ਬਣਾਉਣ ਵੇਲੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਬਿਨਾਂ ਸ਼ਰਤ ਤੇ ਹਮਾਇਤ ਕੀਤੀ ਸੀ, ਤੇ ਅੱਜ ਉਹ ਉਸੇ ਭਾਰਤੀ ਜਨਤਾ ਪਾਰਟੀ ਨੂੰ ਅਕਾਲੀ ਦਲ ਬੋਝ ਲੱਗਣ ਲੱਗ ਪਿਆ। ਤੇ ਸ਼ਾਇਦ ਉਹਦੇ ਵਿੱਚ ਮੌਜੂਦਾ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਆ, ਉਹਦੀਆਂ ਗਲਤੀਆਂ ਵੀ ਹੋਣਗੀਆਂ, ਕਮਜ਼ੋਰੀਆਂ ਵੀ ਹੋਣਗੀਆਂ, ਪਰ ਗੱਲ ਆ ਪੰਜਾਬ ਦੀ 2022 ਦੇ ਵਿੱਚ ਕਿ ਅਕਾਲੀ ਦਲ ਪੰਜਾਬ ਦੀ ਜਿਹੜੀ ਮੌਜੂਦਾ ਕਾਬਜ਼ ਧਿਰਾ ਕਾਂਗਰਸ ਪਾਰਟੀ, ਉਹਦੇ ਨਾਲ ਮੁਕਾਬਲਾ ਕਰ ਪਾਏਗੀ, ਜਾਂ ਫਿਰ ਪੰਜਾਬ ਦੇ ਵਿੱਚ ਬਹੁਤ ਸਾਰੇ ਰਸਤੇ ਜਾਂ ਵਿਕਲਪ ਜਾਂ ਤੀਜੀ ਧਿਰ ਦੁਬਾਰਾ ਕਰ ਸਕਦੀ ਆਮ ਆਦਮੀ ਪਾਰਟੀ। ਇਹ ਬਹੁਤ ਜ਼ਿਆਦੀਆਂ ਚਰਚਾਵਾਂ ਨੇ, ਪਰ ਕੁੱਲ ਮਿਲਾ ਕੇ ਅਕਾਲੀ ਦਲ ਦਾ ਵਜੂਦ ਆ ਉਹ ਸਾਰਿਆਂ ਦੇ ਸਾਹਮਣੇ। ਤੁਸੀਂ ਬਣੇ ਰਹੋ NB ਨਿਊਜ਼ ਦੇ ਨਾਲ, ਤੁਹਾਡਾ ਬਹੁਤ ਬਹੁਤ ਧੰਨਵਾਦ।